ਆਪਾਂ ਨੂੰ ਇਹਨਾਂ ਥੱਲੇ ਵਾਲੇ ਪਾਣੀਆਂ ਦਾ ਗਿਆਨ ਨਹੀਂ, ਇਹ ਗਿਆਨ ਖੰਡੀ ਨੂੰ ਗਿਆਨ ਹੈ। ਇਹ ਪਵਨ ਜਿਹੜੀ ਗੈਸ, ਅੰਗਰੇਜ਼ੀ 'ਚ ਆਪਾਂ ਗੈਸ ਕਹਿੰਦੇ, ਮੇਰੇ ਸਿਰ ਨੂੰ ਪੌਣ ਚੜ੍ਹ ਗਈ, ਗੈਸ ਚੜ੍ਹ ਗਈ, ਸਿਰ ਦਰਦ ਹੋਣ ਲੱਗ ਗਿਆ, ਮੇਰੀ ਗੈਸ ਇਸ ਤਰ੍ਹਾਂ ਹੋ ਗਈ। ਇਹ ਵੀ ਇੱਕ ਚੀਜ਼ ਹੈ ਕਿ ਜਿਹੜੀ ਗਿਆਨ ਖੰਡੀਆਂ ਨੂੰ ਨਜ਼ਰ ਆਉਂਦੀ ਹੈ। ਸੋ ਇਸ ਕਰਕੇ ਆ ਐਕੂਪ੍ਰੈਸ਼ਰ ਸਾਰਾ ਇਹੀ ਚੀਜ਼ ਆ ਜਿਹੜਾ ਪਵਨ ਹੈ, ਇਹ ਪਵਨ ਦਾ ਹੀ ਕੰਮ ਹੈ ਸਰੀਰ ਦੇ ਅੰਦਰ। ਇਹ ਜਿਨ੍ਹਾਂ ਨੂੰ ਇਹ ਗਿਆਨ ਹੋ ਜਾਂਦਾ ਉਹਨਾਂ ਨੂੰ ਥੋੜਾ ਇਹ ਗਿਆਨ ਹੋ, ਇੱਥੋਂ ਦੱਬਣ ਨਾਲ ਆਹ ਚੀਜ਼ ਠੀਕ ਹੋ ਜਾਂਦੀ, ਇੱਥੋਂ ਦੱਬਣ ਨਾਲ ਇਹ ਸਾਰਾ ਬ੍ਰਹਮ ਗਿਆਨੀ ਨੂੰ ਵੈਸੇ ਹੀ ਨਜ਼ਰ ਆਉਣ ਲੱਗ ਜਾਂਦਾ। ਪਾਣੀ ਕਿੱਥੇ ਕਿੰਨੇ ਪ੍ਰਕਾਰ ਦਾ ਹੈ ਇਹ ਵੀ ਉਹਨਾਂ ਨੂੰ ਨਜ਼ਰ ਆਉਣ ਲੱਗ ਜਾਂਦਾ। ਵੈ ਸੰਤਰ ਕਿੰਨੇ ਪ੍ਰਕਾਰ ਦੀ ਅੱਗ ਹੈ। ਪਹਿਲਾਂ ਤਾਂ ਪ੍ਰਤੱਖ ਅੱਗ ਜੀ ਤੇ ਰੋਟੀਆਂ ਬਣਾਉਂਦੇ ਆ, ਇਹੀ ਅੱਗ ਫਿਰ ਬੜਵਾ ਨਾਲ ਬਣ ਜਾਂਦੀ ਸਮੁੰਦਰ ਦੇ ਵਿੱਚ। ਸਮੁੰਦਰ ਦੇ ਵਿੱਚ ਜਿੱਥੇ ਗੜਾੜ ਹੈ, ਵਿਚਕਾਰ ਬਿਲਕੁਲ ਸੈਂਟਰ ਦੇ ਵਿੱਚ ਜਾ ਕੇ ਜਿੱਥੇ ਪਾਣੀ ਦੀ ਘੁੰਮਣ ਘੇਰੀ ਹੈ, ਉੱਥੇ ਜਾ ਕੇ ਪਾਣੀ ਸਮੁੰਦਰ ਦੇ ਥੱਲੇ ਡਿੱਗਦਾ। ਉੱਥੇ ਥੱਲੇ ਇੰਨੀ ਅੱਗ ਹੈ ਜਿਵੇਂ ਤੱਤੇ ਤਵੇ ਤੇ ਬੂੰਦ ਪਾ ਦਈਏ ਸੜ ਜਾਂਦੀ ਹੈ, ਪਾਣੀ ਸੜਦਾ ਰਹਿੰਦਾ ਹਰ ਵਕਤ। ਉਹਨੂੰ ਕਹਿੰਦੇ ਨੇ ਸਮੁੰਦਰ ਦੀ ਜਿਹੜੀ ਬੜਵਾ ਨਾਲ ਅਗਨੀ ਹੈ। ਇਸੇ ਤਰ੍ਹਾਂ ਹੀ ਫਿਰ ਬੈਸੰਤਰ ਜਿਹੜੀ ਅੱਗ ਜੰਗਲ ਨੂੰ ਲੱਗਦੀ ਹੈ, ਦਾਉ ਅਗਨੀ। ਇੱਕ ਹੁੰਦੀ ਸਮਾਨ ਅਗਨੀ ਜਿਹੜੀ ਲੱਕੜ ਵਿੱਚ ਹਮੇਸ਼ਾ ਹੀ ਰਹਿੰਦੀ ਹੈ। ਇੱਕ ਹੁੰਦੀ ਜਠਰਾਗਨ ਅਗਨੀ ਜਿਹਦੇ ਨਾਲ ਆਪਣਾ ਰੋਟੀ ਹਜਮ ਹੁੰਦੀ ਹੈ। ਇੱਕ ਹੁੰਦੀ ਵਿਸ਼ਿਆਂ ਦੀ ਅੱਗ, ਕਾਮ ਦੀ ਅੱਗ, ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ। ਇੱਕ ਤ੍ਰਿਸ਼ਨਾ ਦੀ ਅੱਗ, ਇਹ 'ਚ ਵੀ ਬੰਦਾ ਸੜਦਾ। ਈਰਖਾ ਦੀ ਅੱਗ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਾਵਾ ਅਗਨ ਬਹੁਤ ਤਰਨ ਜਾਲੇ, ਕੋਈ ਹਰਿਆ ਬੂਟ ਰਹਿਓ ਰੀ। ਕੋਈ ਬੂਟਾ ਰਹਿ ਗਿਆ ਹਰਾ। ਅੱਗਾਂ ਦੀ ਤਾਂ ਕੋਈ ਕਿਸਮਾਂ ਦਾ ਅੰਤ ਹੀ ਨਹੀਂ। ਇੰਨੇ ਪ੍ਰਕਾਰ ਦੀਆਂ ਅੱਗਾਂ ਨੇ ਜਿਹੜੀਆਂ ਗੁਪਤ ਅਗਨੀਆਂ, ਕੋਈ ਪ੍ਰਗਟ ਅਗਨੀਆਂ। ਇਹ ਸਾਰੀਆਂ ਅਗਨੀਆਂ ਉਹਨਾਂ ਨੂੰ ਨਜ਼ਰ ਆਉਂਦੀਆਂ ਨੇ। ਜਿਵੇਂ ਕੋਈ ਮਹਾਪੁਰਸ਼ ਨੂੰ ਮਿਲਣ ਗਿਆ ਗੁਰਮੁਖ ਪਿਆਰਾ, ਜੋ ਜਾ ਕੇ ਖੜਾ ਸਾਹਮਣੇ, ਕਹਿੰਦੇ ਭਾਈ ਬਹੁਤ ਅੱਗ ਲੱਗੀ ਹੋਈ ਤੈਨੂੰ ਤਾਂ। ਕਹਿੰਦੇ ਮਹਾਰਾਜ ਮੈਨੂੰ ਤਾਂ ਨਜ਼ਰ ਨਹੀਂ ਆਉਂਦੀ। ਕਹਿੰਦੇ ਮੈਨੂੰ ਨਜ਼ਰ ਆਉਂਦੀ ਆ। ਕਹਿੰਦੇ ਪਾਠ ਕਰਿਆ ਕਰ ਜਾਦੇ, ਨਹੀਂ ਸੜ ਜਾਏਗਾ ਇਸੇ ਤਰ੍ਹਾਂ ਹੀ। ਕਹਿੰਦੇ ਵਿਸ਼ਿਆਂ ਵਿਕਾਰਾਂ ਦੀ ਅੱਗ ਲੱਗੀ ਹੋਈ ਤੈਨੂੰ ਬਹੁਤ, ਸਾਨੂੰ ਨਜ਼ਰ ਨਹੀਂ ਆਉਂਦੀ। ਕੀਤੇ ਕਾਨ ਮਹੇਸ਼, ਜਿਹੜੇ ਗਿਆਨ ਖੰਡੀ ਪੁਰਸ਼ ਨੇ, ਜਦੋਂ ਗਿਆਨ ਦੀ ਦਿਵ ਦ੍ਰਿਸ਼ਟੀ ਖੁੱਲਦੀ ਹੈ ਤਾਂ ਉਹਨਾਂ ਨੂੰ ਕਿਤਨੇ ਹੀ ਕਾਨ ਜਿਹੜੇ ਕ੍ਰਿਸ਼ਨ ਨੇ ਨਜ਼ਰ ਆਉਣ ਲੱਗ ਪੈਂਦੇ ਨੇ। ਜਦੋਂ ਅਵਸਥਾ ਖੁੱਲਦੀ ਇਹ ਚੀਜ਼ਾਂ ਤਾਂ ਨਜ਼ਰ ਆਉਂਦੀਆਂ। ਹੁਣ ਇਹ ਆਪਣੀ ਅਵਸਥਾ ਤੋਂ ਉੱਪਰ ਦੀ ਕਥਾ ਹੋ ਗਈ ਸ਼ੁਰੂ। ਹੁਣ ਮੁੰਡਾ ਸੰਤੋਖ ਤਾਂ ਚਲੋ ਨੇੜੇ ਨੇੜੇ ਸੀ, ਆਸਣ ਲੋ ਲੋ ਇੱਕ ਦੂਜੀ ਭਾ ਲੱਖ ਹੋਏ, ਇੰਨਾ ਕੁ ਤਾਂ ਆਪਾਂ ਮੰਗ ਹੀ ਸਕਦੇ। ਆਖਣ ਜੋਰ ਚੁੱਪੈ ਨਾ ਜੋਰ, ਰਾਤੀ ਰੁੱਤੀ ਥਿੱਤੀ ਵਾਰ ਵੀ ਆਪਾਂ ਨੂੰ ਸਮਝ ਲੱਗੀ। ਆ ਗਿਆਨ ਖੰਡ ਵਾਲੀ ਪੌੜੀ ਹੁਣ ਆਪਣੀ ਸਧਾਰਨ ਵਿਅਕਤੀਆਂ ਦੀ ਅਵਸਥਾ ਤੋਂ ਉੱਪਰ ਦੀ ਅਵਸਥਾ ਹੈ। ਇਹਦੇ ਵਿੱਚ ਮਹਾਰਾਜ ਕਹਿੰਦੇ ਕਿੰਨੇ ਤਾਂ ਕ੍ਰਿਸ਼ਨ ਜੀ ਹੋਈ ਤੁਰੇ ਫਿਰਦੇ ਨਜ਼ਰ ਆਉਂਦੇ ਨੇ, ਤੇ ਕਿੰਨੇ ਮਹੇਸ਼ ਜਿਹੜੇ ਨੇ ਸ਼ਿਵ ਜੀ ਦੇ 11 ਅਵਤਾਰ ਨੇ, ਉਹ ਵੀ ਕੋਲ ਇਹਨਾਂ ਨਜ਼ਰ ਆਉਂਦੇ ਨੇ। ਇੱਥੇ ਆ ਕੇ ਇਹਨੂੰ ਕਹਿੰਦੇ ਅੱਤ ਕਥਨੀ ਹੋ ਗਈ, ਇਹ ਗੱਲਾਂ ਹੁੰਦੀਆਂ ਹੀ ਨਹੀਂ ਹੈਗੀਆਂ, ਇਹ ਝੂਠੀਆਂ ਨੇ। ਮੈਨੂੰ ਉਹਨਾਂ ਤੇ ਤਰਸ ਆਉਂਦਾ ਜਿਹੜੇ ਕਹਿੰਦੇ ਹੁੰਦੀਆਂ ਹੀ ਨਹੀਂ। ਵੀ ਮਹਾਰਾਜ ਇਹਨਾਂ ਦਾ ਕੀ ਬਣੂਗਾ ਜਿਨ੍ਹਾਂ ਨੂੰ ਇੰਨਾ ਅਗਿਆਨ ਛਾਇਆ ਪਿਆ। ਵੀ ਮੈਂ PhD ਕਰ ਲਈ, PhD ਕਰਨ ਨਾਲ ਤਾਂ ਨਹੀਂ ਕਾਨ ਮਹੇਸ਼ ਹੋਣੀ ਨਜ਼ਰ ਆਉਂਦੇ ਹੈ, ਉਹ ਤੁਹਾਨੂੰ ਨਜ਼ਰ ਆਉਣੀਆਂ ਤੁਹਾਡੀਆਂ ਚੀਜ਼ਾਂ। ਇਹ ਤਾਂ ਜਿਨ੍ਹਾਂ ਨੇ ਭਗਤੀ ਕੀਤੀ ਆ ਉਹਨਾਂ ਨੂੰ ਨਜ਼ਰ ਆਉਂਦੇ ਨੇ, ਕਿਉਂਕਿ ਅਸੀਂ ਤਾਂ ਇਹੋ ਜਿਹਾ ਨਾਲ ਰਹੇ ਵੀ ਆ, ਉਹ ਦੇਖਦੇ ਵੀ ਰਹਿੰਦੇ, ਇਹੋ ਜਿਹਾ ਨੂੰ ਮਿਲਦੇ ਵੀ ਰਹਿੰਦੇ ਆ। ਉਹ ਤਾਂ ਸਾਨੂੰ ਸਰੇਆਮ ਹੀ ਦੱਸੀ ਜਾਂਦੇ ਨੇ ਵੀ ਅੱਜ ਫਲਾਨਾ ਆਇਆ ਸੀ, ਅੱਜ ਫਲਾਨਾ ਇੱਥੇ ਤੁਰੇ ਫਿਰਦੇ ਆ। ਭਗਤੀ ਵਾਲਿਆਂ ਦੇ ਕੋਲ ਹੀ ਸਿਰ ਪਈਆਂ ਰੂਹਾਂ ਆਉਂਦੀਆਂ ਨੇ। ਕਿੰਨੇ ਹੀ ਆ ਕੇ ਕਹਿੰਦੇ ਨੇ, ਜਿਵੇਂ ਬੰਬੇ ਇੱਕ ਸਿੰਘ ਸੀ ਨੇਵੀ ਚੋਂ ਰਿਟਾਇਰ ਹੋਇਆ, ਕਾਫੀ ਅਭਿਆਸ ਸੀ ਉਹਦਾ, ਉਹ ਇਹ ਗੱਲ ਦੱਸਦਾ ਹੁੰਦਾ ਸੀ। ਮੈਂ ਕਿਹਾ ਸ਼ੁਰੂ ਜਦੋਂ ਤੇਰੀ ਗਿਆਨ ਦ੍ਰਿਸ਼ਟੀ ਖੁੱਲੀ ਤਾਂ ਕੀ ਨਜ਼ਰ ਆਇਆ ਸੀ? ਕਹਿੰਦੇ ਬਸ ਐਂ ਹੀ ਆ ਲਾਗੇ ਜੇ ਆ ਕੇ ਮੇਰੇ ਖੜ ਜਾਂਦੇ ਨੇ, ਦੋਵੇਂ ਹੱਥ ਜੋੜ ਕੇ ਐਂ ਕਰਕੇ ਫਿਰ ਚਲੇ ਜਾਂਦੇ ਨੇ। ਫਿਰ ਕੋਈ ਹੋਰ ਆ ਜਾਂਦਾ, ਫਿਰ ਕੋਈ ਹੋਰ ਆ ਜਾਂਦਾ। ਰਾਮ ਬਲਰਾਮ, ਕ੍ਰਿਸ਼ਨ ਦਾ ਭਰਾ ਬਲਰਾਮ ਜੀ, ਕਹਿੰਦਾ ਇਹ ਵੀ ਆ ਕੇ ਖੜ ਗਏ, ਹਲ ਜਿਹਾ ਰੱਖਿਆ ਮੋਢੇ ਤੇ,
कहते मैं फिर सोचा भी ये पता नहीं कौन आई जाते ने मेरे को, ਜਿਹੜਾ ਆਉਂਦਾ ਉਹੀ ਮੈਨੂੰ ਨਮਸਕਾਰ ਕਰਕੇ ਚਲਿਆ ਜਾਂਦਾ। ਇਹ ਜਦੋਂ ਗਿਆਨ ਦ੍ਰਿਸ਼ਟੀ ਖੁੱਲਦੀ ਆ ਉਦੋਂ ਇੰਨੇ ਨਜ਼ਰ ਆਉਂਦੇ ਨੇ, ਇਹ ਭਰਿਆ ਭਰਿਆ ਲੱਗਦਾ ਸੰਸਾਰ। ਫਿਰ ਆਪਾਂ ਨੂੰ ਇੱਕ ਨਵਾਂ ਸੰਸਾਰ ਨਜ਼ਰ ਆਉਂਦਾ, ਜਿਹੜਾ ਸੰਸਾਰ ਆਮ ਸੰਸਾਰੀ ਜੀਵਨ ਨੂੰ ਨਜ਼ਰ ਨਹੀਂ ਆਉਂਦਾ, ਉਹ ਇਸ ਅਵਸਥਾ ਵਿੱਚ ਜਾ ਕੇ ਆਉਂਦਾ। ਇਹ ਜਪਜੀ ਸਾਹਿਬ ਦਾ ਪਾਠ ਕਰਦਿਆਂ ਕਰਦਿਆਂ ਇਹ ਚੀਜ਼ਾਂ ਨਜ਼ਰ ਆਉਣ ਲੱਗ ਜਾਂਦੀਆਂ। ਸੋ ਇਸ ਤਰ੍ਹਾਂ ਜਦੋਂ ਅਵਸਥਾ ਖੁੱਲਦੀ ਆ ਨਾ, ਉਦੋਂ ਬਹੁਤ ਚੀਜ਼ਾਂ ਨਜ਼ਰ ਆਉਣ ਲੱਗ ਜਾਂਦੀਆਂ ਨੇ। ਤਾਂ ਤੇ ਇਹ ਜਿਨ੍ਹਾਂ ਨੇ 100 ਪਾਠ ਜਪਜੀ ਸਾਹਿਬ ਦੇ ਕੀਤੇ ਹੋਏ ਨਾ, ਕਈ ਸਾਲ, 3 ਸਾਲ ਲਗਾਤਾਰ, 3.5 ਸਾਲ ਕਰਨਾ ਪੈਂਦਾ ਹੈ ਅਭਿਆਸ ਲਗਾਤਾਰ, ਤਾਂ ਜਾ ਕੇ ਕਿਤੇ ਇਹ ਦਿਵ ਦ੍ਰਿਸ਼ਟੀਆਂ ਖੁੱਲਦੀਆਂ ਨੇ। ਫਿਰ ਹੋਰ ਹੀ ਕੁਝ ਨਜ਼ਰ ਆਉਂਦਾ ਹੈ। ਉਹ ਮਹਾਰਾਜ ਸੱਚੇ ਪਾਤਸ਼ਾਹ ਜਪਜੀ ਸਾਹਿਬ 'ਚ ਇੱਥੇ ਹੀ ਦੱਸ ਰਹੇ ਨੇ ਕਿ ਤੇ ਬ੍ਰਹਮੇ ਘਾੜਤ ਘੜੀ ਹੈ। ਕਿੰਨੇ ਬ੍ਰਹਮੇ ਨਜ਼ਰ ਆਉਂਦੇ ਨੇ ਘਾੜਤ ਘੜਦੇ ਹੋਏ ਸ੍ਰਿਸ਼ਟੀ ਦੀ। ਇੱਕ ਬ੍ਰਹਮਾ ਨਹੀਂ, ਕੋਟ ਬ੍ਰਹਮੇ ਜਗ ਸਾਜਣ ਲਾਏ, ਉਹਨਾਂ ਨੂੰ ਦੇਖਣ ਲੱਗ ਜਾਂਦੇ ਨੇ। ਪਹਿਲਾਂ ਤਾਂ ਆਪਾਂ ਸ੍ਰਿਸ਼ਟੀ ਦਾ ਨਜ਼ਾਰਾ ਦੇਖਦੇ ਹਾਂ। ਕੋਈ ਕਹਿੰਦਾ ਮੈਂ ਬਾਹਰਲੇ ਮੁਲਕ ਘੁੰਮ ਕੇ ਆਇਆ, ਉੱਥੇ ਬੜੇ ਨਜ਼ਾਰੇ ਸੀ। ਕੋਈ ਕਹਿੰਦਾ ਮੈਂ ਉੱਥੇ ਜਾ ਕੇ ਆਇਆ, ਉੱਥੇ ਬੜੇ ਨਜ਼ਾਰੇ ਸੀ। ਮੁੜ ਕੇ ਇਹ ਨਜ਼ਾਰੇ ਬੰਦ ਹੋ ਕੇ ਫਿਰ ਦੂਸਰੇ ਨਜ਼ਾਰੇ ਜਦੋਂ ਖੋਲ੍ਹ ਦਿੰਦੇ ਨੇ ਮਹਾਰਾਜ, ਫਿਰ ਉਹਨਾਂ ਨੂੰ ਦੇਖਣ ਲੱਗ ਜਾਂਦੇ ਨੇ। ਕਿੰਨੇ ਬ੍ਰਹਮੇ ਸ੍ਰਿਸ਼ਟੀ ਨੂੰ ਘੜਦੇ ਨਜ਼ਰ ਆ ਰਹੇ ਨੇ। ਰੂਪ ਰੰਗ ਕੇ ਵੇਸ, ਕਈ ਪ੍ਰਕਾਰ ਦੇ ਰੂਪ ਬਣਾਉਂਦੇ ਨੇ, ਕਈ ਪ੍ਰਕਾਰ ਦੇ ਰੰਗ ਬਣਾਉਂਦੇ ਨੇ, ਕਈ ਪ੍ਰਕਾਰ ਦੇ ਵੇਸ ਬ੍ਰਹਮੇ ਹੁਣੀ ਘੜਦੇ ਨਜ਼ਰ ਆ ਜਾਂਦੇ ਨੇ। ਕੇਤੀਆ ਕਰਮ ਭੂਮੀ ਮੇਰ ਕੇਤੇ, ਕਿਤਨੀਆਂ ਕਰਮ ਦੀਆਂ ਭੂਮੀਆਂ ਨੇ, ਕਰਮ ਕਰਨ ਵਾਲੀਆਂ ਭੂਮੀਆਂ। ਜਿਵੇਂ ਆਪਣੀ ਧਰਤੀ ਹੈ, ਇੱਥੇ ਆਪਾਂ ਕਰਮ ਕਰਦੇ ਹਾਂ, ਇਸੇ ਪ੍ਰਕਾਰ ਸਰੀਰ ਵੀ ਕਰਮ ਭੂਮੀ ਹੈ। ਮਹਾਰਾਜ ਕਹਿੰਦੇ ਕਰਮ ਭੂਮ ਮੈਂ ਬੋਲੋ ਨਾਮ। ਇਹ ਜਿਹੜੀ ਸਰੀਰ ਹੈ ਕਰਮ ਭੂਮੀ ਹੈ, ਇਹਦੇ 'ਚ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਫਿਰ ਕਿੰਨੇ ਮੇਰ ਕੇਤੇ, ਕਿੰਨੇ ਸੁਮੇਰ ਪਰਬਤ ਇੱਥੇ ਜਾ ਕੇ ਨਜ਼ਰ ਆਉਂਦੇ ਆ। ਅੱਜ ਦੇ ਲਿਖਾਰੀਆਂ ਨੇ ਲਿਖਿਆ ਵੀ ਹੋਇਆ, ਚੰਗੇ ਚੰਗੇ ਵਿਦਵਾਨਾਂ ਨੇ, ਕਹਿੰਦੇ ਸੁਮੇਰ ਪਰਬਤ ਨਾਮ ਦੀ ਕੋਈ ਚੀਜ਼ ਨਹੀਂ ਹੈ, ਇਹ ਹੈ ਹੀ ਨਹੀਂਗਾ, ਐਵੇਂ ਗੱਲਾਂ ਨੇ। ਹਾਂ ਜੀ, ਤੁਹਾਨੂੰ ਨਹੀਂ ਪਤਾ ਮਹਾਂਪੁਰਸ਼ੋ, ਤੁਸੀਂ ਦੇਖਿਆ ਹੀ ਨਹੀਂ ਕਦੇ। ਇਹ ਸੁਮੇਰ ਪਰਬਤ ਸਾਰਾ ਸੋਨੇ ਦਾ ਬਣਿਆ ਹੋਇਆ, ਪੂਰਾ ਸੋਨੇ ਦਾ ਹੈ। ਇਹ ਬਣਿਆ ਵੀ ਅਜੀਬ ਢੰਗ ਦਾ ਹੀ ਹੈ, ਉੱਪਰੋਂ ਚੌੜਾ ਤੇ ਥੱਲਿਓਂ ਇਹ ਬਿਲਕੁਲ ਹੀ ਘੱਟ ਹੈ। ਉੱਪਰਲਾ ਆਕਾਰ ਇਹਦਾ ਵੱਡਾ। ਇਹ ਤਾਂ ਸਿਰਫ ਦਿਵ ਦ੍ਰਿਸ਼ਟੀ ਵਾਲਿਆਂ ਨੂੰ ਨਜ਼ਰ ਆਉਂਦਾ। ਮਹਾਰਾਜ ਐਵੇਂ ਤਾਂ ਨਹੀਂ ਗੁਰੂ ਗ੍ਰੰਥ ਸਾਹਿਬ ਲਿਖਤਾ, ਗੁਰੂ ਨਾਨਕ ਸਾਹਿਬ ਨੇ ਝੂਠ ਤਾਂ ਨਹੀਂ ਲਿਖਤਾ ਜਪਜੀ ਸਾਹਿਬ ਦੇ ਵਿੱਚ ਕਿ ਮੇਰ ਕੇਤੇ। ਔਰ ਇੱਕ ਮੇਰ ਪਰਬਤ ਨਹੀਂ, ਕਿਤਨੇ ਹੀ ਸੁਮੇਰ ਪਰਬਤ ਨੇ ਜਿਹੜੇ ਨਜ਼ਰ ਵੀ ਨਹੀਂ ਆਉਂਦੇ। ਉਹ ਇਸ ਕਰਕੇ ਨਜ਼ਰ ਨਹੀਂ ਆਉਂਦੇ ਕਿਉਂਕਿ ਕਈ ਚੀਜ਼ਾਂ 5 ਤੱਤਾਂ ਦੀਆਂ ਨੇ, ਉਹ ਨਜ਼ਰ ਆਉਂਦੀਆਂ ਨੇ। ਕਈ ਚੀਜ਼ਾਂ ਜੇ 4 ਤੱਤਾਂ ਦੀਆਂ ਹੋ ਜਾਣ, ਕਿਹੜੀ ਜੇ ਧਰਤੀ ਦਾ ਤੱਤ ਘਟ ਜਾਵੇ ਨਾ, ਹੁਣ ਪੌਣ ਹੈ, ਪੌਣ ਨਜ਼ਰ ਆਉਂਦੀ ਆਪਾਂ ਨੂੰ? ਨਹੀਂ ਆਉਂਦੀ। ਪੌਣ ਦਿਖਾਓ ਤਾਂ ਕਿੱਥੇ ਆ? ਲੱਗਦੀ ਮਹਿਸੂਸ ਹੁੰਦੀ ਹਵਾ, ਪਰ ਨਜ਼ਰ ਨਹੀਂ ਆਉਂਦੀ। ਪਾਣੀ ਵੀ ਪਾਉਣੀ ਹੈ, ਇਹ 2 ਪ੍ਰਕਾਰ ਦੀਆਂ ਗੈਸਾਂ ਰਲ ਕੇ ਬਣਿਆ ਹੋਇਆ। ਇਹ ਵੀ ਜੀ ਉੱਡ ਜਾਏ, ਇਹ ਵੀ ਨਜ਼ਰ ਨਾ ਆਉਂਦਾ। ਇਸ ਪ੍ਰਕਾਰ ਆਕਾਸ਼ ਹੈ, ਆਕਾਸ਼ ਵੈਸੇ ਦੇਖਣ ਮਾਤਰ ਹੈ, ਪਰ ਹੈ ਤਾਂ ਕੁਛ ਨਹੀਂ ਹੈ। ਇਹ 'ਚ ਕੋਈ ਅਰੋੜਾ ਮਾਰੀ ਜਾਓ, ਕੋਈ ਗੋਲਾ ਮਾਰੀ ਜਾਓ, ਕੋਈ ਤਲਵਾਰ ਘੁਮਾਏ, ਅਸਮਾਨ ਨੂੰ ਕੀ ਫਰਕ ਪੈਂਦਾ? ਇਸੇ ਤਰ੍ਹਾਂ ਅਗਨੀ ਆ, ਅਗਨੀ ਸੋਲਿਡ ਤੱਤ ਤਾਂ ਨਹੀਂ ਹੈਗਾ, ਇਹਦੇ ਵਿੱਚ ਦੀ ਹੱਥ ਪਾ ਕੇ ਆਪਾਂ ਕੱਢ ਹੀ ਲੈਂਦੇ ਆ। ਇਸ ਕਰਕੇ ਜਦੋਂ ਧਰਤੀ ਤੱਤ ਰਲਦਾ ਉਦੋਂ ਸਰੀਰ ਨਜ਼ਰ ਆਉਣ ਲੱਗਦਾ। ਇਹ 4 ਤੱਤਾਂ ਦੇ ਸਰੀਰ ਨੇ, ਕਈ 3 ਤੱਤਾਂ ਦੇ ਸਰੀਰ ਨੇ, ਕਈ 2 ਤੱਤਾਂ ਦੇ ਸਰੀਰ ਨੇ। ਇਸ ਤਰ੍ਹਾਂ ਇਹ ਵੱਖੋ ਵੱਖਰੇ ਨੇ ਸਾਰੀਆਂ ਚੀਜ਼ਾਂ। ਤਾਂ ਤੱਤਾਂ ਕਰਕੇ ਚੀਜ਼ਾਂ ਨਜ਼ਰ ਆਉਂਦੀਆਂ। ਜਦੋਂ ਆਪਣਾ ਸਾਹਮਣੇ ਸਰੀਰ ਨਜ਼ਰ ਆਉਂਦਾ, ਇਹ 25 ਪ੍ਰਕਿਰਤੀਆਂ, 5 ਤੱਤਾਂ ਦੀਆਂ 25 ਪ੍ਰਕਿਰਤੀਆਂ ਕਰਕੇ ਨਜ਼ਰ ਆਉਂਦਾ। ਜਦੋਂ ਆਪਾਂ ਸਰੀਰ ਛੱਡਦੇ ਹਾਂ ਉਦੋਂ 17 ਤੱਤ ਬਾਕੀ ਰਹਿ ਜਾਂਦੇ ਨੇ। 17 ਤੱਤ ਬਾਕੀ ਰਹਿਣ ਕਰਕੇ ਸਰੀਰ ਨਜ਼ਰ ਨਹੀਂ ਆਉਂਦਾ। ਜਿਵੇਂ ਪਾਣੀ ਜਿਵੇਂ ਨਜ਼ਰ ਆਉਂਦਾ, ਪਰ ਜਦੋਂ ਇਹ ਗੈਸ ਬਣ ਕੇ ਉੱਡ ਜਾਂਦਾ, 2 ਗੈਸਾਂ ਵੱਖਰੀਆਂ ਹੋ ਜਾਂਦੀਆਂ, ਫਿਰ ਨਜ਼ਰ ਨਹੀਂ ਆਉਂਦਾ। ਫੇਰ ਇਕੱਠੀਆਂ ਕਰਦੀ, ਫੇਰ ਨਜ਼ਰ ਆਉਣ ਲੱਗ ਜਾਂਦਾ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਕੇਤੇ ਧੂ ਉਪਦੇਸ਼, ਕਿੰਨੇ ਜਿਹੜੇ ਨੇ ਧਰੂ ਭਗਤ ਨਜ਼ਰ ਆਉਂਦੇ ਨੇ ਭਗਤੀ ਕਰਦੇ ਹੋਏ। ਕਿਤੇ ਇੱਕ ਧਰੂ ਹੋਇਆ ਅਜੇ ਤੱਕ?
पता नहीं किन्ने धू भगत होए ने, किते इको ही सतयुग होया त्रेता, ये पता नहीं अज तक किन्नी बारी सतयुग आया, किन्ने रामचंद्र, किन्ने रावण, किन्ने कृष्ण, कई कुछ होया। जब रामचंद्र जी ने हनुमान नूं कहा, कहंदे राशन मुक गया अपना, ਜਾਂ आटा दालां भी वो कई चीज़ां लियाउण वालियां जाके फौज वास्ते लैके आओ। कहंदे जी कित्थों लियावां? जब पहाड़ ते भेजिया, कहंदे आ मेरी अंगूठी दे दी, जाके उत्थे एक माई आटा पींदी होनी आ, उतों लिया जाके। जब माई नूं जाके हनुमान जी ने बड़े मतलब माण दे नाल कहा, लै माई ये रामचंद्र जी की अंगूठी है, दे मैनूं आटा। माई कहनी आ खाने जे सिड़ दे, इत्थे कई अंगूठियां पईयां ने। उदों माण फिर थोड़ा जिहा घटिया, ये अंगूठियां इत्थे किवें आ गईयां? कहंदे तूं किते अज आया, पहलां भी तूं कई बार आटा लैण आया मेरे कोले। वो बड़ा हैरान होया, आटा लैण किन्नी बार आया? कहंदे की गल त्रेता किते एक बार आया? कई बारी त्रेते आए ने, कई बारी रावण ने सीता नूं चुक्या, कई बारी रामचंद्र ने रावण नूं मारिया, कई बार तो मेरे को आटा लैण आया। ये तो बार बार रिपीट होंदी रहिंदी गल हरेक युग दे विच। इस करके हनुमान दा मान घटिया। कहंदे तुसीं कौन हो? कहंदी मैं माया हां, मैं तिन्नां लोकां नूं बनाउण वाली हां। इस करके किन्ने ही ध्रुव भगत नज़र आउंदे ने, ते ध्रुव नूं उपदेश देण वाला कौन है? नारद मुनि। केते ध्रुव उपदेश देण वाले किन्ने नारद मुनि तुरे फिरदे ने, किते एक नारद मुनि नहीं है। ये भी अपने वांगू बथेरे ने, जिवें अपनी बंदियां की गिनती 7 अरब है संसार दे अंदर, इसे तरह ही ब्रह्मियां की गिनती, ये विष्णु की गिनती, ये किन्ने उपदेश देण वाले नारद होना की गिनती, किन्ने ध्रुव भगतां की गिनती, इन्हां दा कोई अंत ही नहीं। इसे करके तो आप वाहिगुरू नूं कहांगे तुम बेअंत है, बेअंत है। कोई तेरा अंत कोई नहीं है, तू तो बहुत वड्डा है। केते इंद चंद सूर केते, ये जो धू अखर है इहनूं थोड़ा जिहा धद्दा ना, धद्दा भारा ते दलैंकड़े लगण होण करके केते धू उपदेश, धू करके बोलना, धू थोड़ा जिहा नहीं बोलना। केते इंद चंद सूर केते, किन्ने इंद्र देवते नजर आउंदे ने, इंद्रां दी भी कोई गिणती नहीं। किन्ने चंद्रमा नजर आउंदे ने, आ चंद्रमा अपने कोल इक्को ही है इत्थे, आ जिहड़े तारे ने सारे ये तो चंद्रमा ही ने, ये जरा दूर ने, कोई वड्डे चंद्रमा ने, कोई छोटे चंद्रमा ने। इस तरह किन्ने इंद्र देवते, किन्ने चंद्रमा देवते, किन्ने सूरज। अपना सूरज तो कुछ भी नहीं है, ਜਿਹੜੇ ਬ੍ਰਹਿਮੰਡ ਦੇ ਵਿੱਚ ਵੱਡੇ ਸੂਰਜ ਨੇ ਉਹ ਤਾਂ ਬਹੁਤ ਜ਼ਿਆਦਾ ਵੱਡੇ ਨੇ ਨਾ। ਕੇਤੇ ਇਉਂ ਕੇਤੇ ਇੰਦ ਚੰਦ ਸੂਰ ਕੇਤੇ, ਵਿਸ਼ਰਾਮ ਵੀ ਇਹਦਾ ਇਸ ਤਰ੍ਹਾਂ ਹੀ ਜਾਣਾ। ਸੋ ਕਈਆਂ ਦਾ ਹੁੰਦਾ ਇਕੱਠੇ ਹੀ ਕਰੀ ਜਾਂਦੇ ਦੋਵੇਂ ਵਿਸ਼ਰਾਮ, ਜਿਵੇਂ ਸ਼ਬਦ ਸ਼ੁਰੂ ਹੁੰਦਾ ਸੋ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ, ਕਈ ਕੇਤੇ ਕੇਤੇ 2 ਵਾਰੀ ਕਹੇ ਜਾਂਦੇ ਆ, पर यह वक्खो वखरा। केते इंद चंद सूर केते, केते मंडल देश, किन्ने क मंडल ने, तारा मंडल जिहड़ा सारा ब्रह्मंड है, 21 पुरियां दा ब्रह्मंड है। इस प्रकार पर धरती दे इकल्ले देश नहीं, परी देश है, होर भी देश ने। वो देश जिहड़े आपां ने कदे देखे ही नहीं, जिहड़े आपां नूं कदे नज़र ही नहीं आउंदे, वो देश भी उन्हां नूं नज़र आउण लग जांदे ने। केते सिद्ध बुद्ध नाथ केते, किन्ने सिद्ध लोग नजर आउंदे ने। आपां जिवें गुरुद्वारे आउंदे इस तरह ही सारे ये भी आउंदे ने, ये भी मत्था टेक के जांदे ने, हुण भी तुरे आउंदे ने, कथा भी सुण लैंदे आ, कीर्तन भी सुण लैंदे आ। क्यों इन्हां दा जी नहीं करदा कथा कीर्तन सुणन नूं, ये नहीं चाहुंदे साडा भला हो जावे, वो भी बैठे रहिंदे आ। जिवें आपां नूं अधिकार है बैठण दा, इवें गुरु ग्रंथ साहिब दे कोल बैठण दा 84 ਲੱਖ जून नूं अधिकार है। क्योंकि गुरु ग्रंथ साहिब महाराज 84 ਲੱਖ जून के मालक ने, कल्ले मनुखा दे ही दे मालक नहीं हैं महाराज, कि इन्ने के तक ही सीमत नहीं रख लेना गुरु ग्रंथ साहिब नूं कि कल्ले सिखां दे ही ने। महाराज गुरु ग्रंथ साहिब तिन्नां लोकां दे मालक ने, पूरे ब्रह्मंड दे मालक ने, सारे इन्हां नूं मत्था टेकण आउंदे आ। जद गुरु ग्रंथ साहिब की बाणी का कीर्तन हुंदा, सारिआं नूं अधिकार है सुणन दा, कथा सुणन दा सब नूं अधिकार है,
ਚਾਹੇ ਇੱਥੇ ਸੰਗਤ 'ਚ ਆ ਕੇ ਕੋਈ ਬੈਠ ਜੇ, ਸਾਰੇ ਆਉਂਦੇ ਨੇ, ਸਿੱਧ ਲੋਕ ਵੀ ਆ ਸਕਦੇ ਨੇ। ਬੁੱਧ ਕਿੰਨੇ ਹੀ ਬੁੱਧ ਨਜ਼ਰ ਆਉਂਦੇ ਨੇ, ਬੁੱਧ ਦੇਵਤਾ ਆਦਿਕ, ਬੁੱਧ ਦਿਨ ਆਦਿਕ, ਜਿਹੜੇ ਬੁੱਧ ਮਹਾਤਮਾ ਬੁੱਧ ਹੋਇਆ ਉਹ ਵੀ ਕਿੰਨੇ ਹੀ ਨੇ। ਨਾਥ ਕੇਤੇ ਕੇਵਲ 9 ਨਾਥ ਹੀ ਨਹੀਂ ਹਨ, ਚਰਪਟ ਨਾਥ, ਘੁੱਗੂ ਨਾਥ, ਮਛੰਦਰ ਨਾਥ, ਇਹ ਸਾਰੇ 9 ਨਾਥ ਹਨ ਕੁੱਲ। ਮਹਾਰਾਜ ਕਹਿੰਦੇ 9 ਨਾਥ ਨਹੀਂ ਹਨ, ਕਿੰਨੇ ਹੀ ਨਾਥ ਹਨ ਜਿਨ੍ਹਾਂ ਦੀ ਆਪਾਂ ਗਿਣਤੀ ਨਹੀਂ ਕਰ ਸਕਦੇ। ਕੇਤੇ ਦੇਵੀ ਵੇਸ, ਕਿੰਨੇ ਦੇਵੀਆਂ ਦੇ ਵੇਸ ਨੇ, ਥੋੜੀਆਂ ਜਿਹੀਆਂ ਕਿਤੇ ਦੇਵੀਆਂ। 9 ਕਰੋੜ ਗਿਣਤੀ ਹੈ ਕੁੱਲ ਇਹਨਾਂ ਦੀ ਦੇਵੀਆਂ ਦੀ। 9 ਕਰੋੜ ਦੇਵੀਆਂ ਦੇ ਵੇਸ ਨਜ਼ਰ ਆਉਂਦੇ ਨੇ। ਜੇ ਸਤਿਗੁਰੂ ਚਾਹਣ, ਜਿਵੇਂ ਗੁਰੂ ਅੰਗਦ ਦੇਵ ਮਹਾਰਾਜ ਆ ਗਏ ਬਾਬਾ ਲਹਿਣਾ ਦੇ ਰੂਪ ਵਿੱਚ, ਰਾਤ ਨੂੰ ਫਿਰ ਝਾੜੂ ਦਿੰਦੀ ਹੋਈ ਦੇਵੀ ਦਿਖਾਈ ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਦੇ ਦਰ ਤੇ। ਨੈਣਾ ਦੇਵੀ ਝਾੜੂ ਦੇ ਰਹੀ ਹੈ। ਗੁਰੂ ਉਸ ਵਕਤ ਬਾਬਾ ਲਹਿਣਾ ਜੀ ਉੱਠ ਕੇ ਖੜੇ ਹੋ ਗਏ, ਮਾਤਾ ਜੀ ਤੁਸੀਂ ਇੱਥੇ ਝਾੜੂ ਦੇ ਰਹੇ ਹੋ? ਕਹਿੰਦੇ ਇਹੀ ਤਾਂ ਉਹ ਸਥਾਨ ਹੈ ਜਿੱਥੋਂ ਅਸੀਂ ਸਾਰਾ ਕੁਝ ਲੈ ਕੇ ਜਾਂਦੀਆਂ ਝਾੜੂ ਲਾ ਕੇ, ਫਿਰ ਅੱਗੇ ਵੰਡਦੀਆਂ ਆਪਣੇ ਸ਼ਰਧਾਲੂਆਂ ਨੂੰ। ਇਸੇ ਤਰ੍ਹਾਂ ਭਾਈ ਭਗੀਰਥ ਨੂੰ ਜਦ ਕਾਲੀ ਦੇਵੀ ਨੇ ਕਿਹਾ ਸੀ ਕਿ ਕਲਿਆਣ ਦਾ ਰਸਤਾ ਕੇਵਲ ਗੁਰੂ ਨਾਨਕ ਦੇਵ ਜੀ ਦੇ ਸਕਦੇ ਆ, ਮੈਂ ਨਹੀਂ ਦੇ ਸਕਦੀ। ਇਸ ਵਕਤ ਸ੍ਰੀ ਸੁਲਤਾਨਪੁਰ ਸਾਹਿਬ ਬੈਠੇ ਨੇ, ਉਹ ਜਾ ਕੇ ਮੱਥਾ ਟੇਕ ਉਹਨਾਂ ਤੋਂ ਲੈ। ਜਦ ਭਾਈ ਭਗੀਰਥ ਲਾਈਨ ਵਿੱਚ ਖੜਾ ਸੀ, ਜਦ ਗੁਰੂ ਨਾਨਕ ਦੇਵ ਜੀ ਗਰੀਬਾਂ ਨੂੰ ਆਟਾ ਵੰਡ ਰਹੇ ਨੇ, ਸਮਾਨ ਵੰਡ ਰਹੇ ਨੇ, ਜਦ ਆ ਭਾਈ ਭਗੀਰਥ ਦੀ ਵਾਰੀ ਆਈ, ਪੂਰਨ ਗੁਰੂ ਕਹਿਣ ਲੱਗੇ ਆ ਗਏ ਹੋ ਭਾਈ ਭਗੀਰਥ ਜੀ, ਆ ਜਾਓ, ਅੰਦਰ ਆ ਜਾਓ, ਭੇਜ ਦਿੱਤਾ ਤੁਹਾਨੂੰ ਤੁਹਾਡੀ ਦੇਵੀ ਨੇ, ਇੱਥੇ ਆ ਜਾਓ। ਸਾਰੀ ਅੰਤਰਜਾਮਤਾ ਜਦੋਂ ਦਿਖਾਈ ਮਹਾਰਾਜ ਨੇ, ਭਾਈ ਭਗੀਰਥ ਨੇ ਚਰਨ ਪਕੜੇ ਮਹਾਰਾਜ ਦੇ। ਰਾਤ ਨੂੰ ਜਦ ਸੌਂ ਗਿਆ, ਤੜਕੇ ਉਠਾਇਆ ਮਹਾਰਾਜ ਨੇ 1 ਵਜੇ ਦਾ, ਦੇਖਿਆ ਕਾਲੀ ਦੇਵੀ ਝਾੜੂ ਦੇ ਰਹੀ ਹੈ। ਸਾਰੀਆਂ ਦੇਵੀਆਂ, ਇਹ ਕਿਉਂਕਿ ਅਕਾਲ ਪੁਰਖ ਦੀਆਂ ਹੀ ਸ਼ਕਤੀਆਂ ਨੇ, ਇਸ ਕਰਕੇ ਇਹਦੇ ਦਰ ਤੇ ਹੀ ਝਾੜੂ ਦੇ ਕੇ ਲੈਂਦੀਆਂ ਸਾਰਾ ਕੁਝ। ਕੇਤੇ ਦੇਵੀ ਵੇਸ, ਕਿੰਨੇ ਹੀ ਦੇਵੀਆਂ ਦੇ ਵੇਸ ਨਜ਼ਰ ਆਉਂਦੇ ਨੇ, ਪਰ ਫਿਰ ਵੀ ਸਿੱਖ ਇੱਥੇ ਖੜਦਾ ਨਹੀਂ ਹੈ। ਨਜ਼ਰ ਆਉਣ ਨੂੰ ਕੀ ਹੈ, ਨਜ਼ਰ ਜੋ ਮਰਜ਼ੀ ਆਈ ਜਾਵੇ, ਨਿਸ਼ਾਨਾ ਸਾਡਾ ਅਕਾਲ ਪੁਰਖ ਦੀ ਪ੍ਰਾਪਤੀ ਹੈ। ਗੁਰਸਿੱਖ ਅਕਾਲ ਪੁਰਖ ਦੀ ਪ੍ਰਾਪਤੀ ਤੱਕ ਜਾਂਦਾ ਹੈ। ਇਹ ਤਾਂ ਸਿਰਫ ਦੱਸਿਆ ਹੀ ਹੈ। ਜਿਵੇਂ ਮੈਂ ਕਹਾਂ ਕਿ ਇੱਥੋਂ ਫਲਾਣੇ ਥਾਂ ਜਾਣਾ, ਰਸਤੇ ਦੇ ਵਿੱਚ ਜੇ ਹਜੂਰ ਸਾਹਿਬ ਜਾਈਏ ਤਾਂ ਪਹਿਲਾਂ ਫਲਾਣਾ ਸ਼ਹਿਰ ਆਵੇਗਾ, ਫਿਰ ਫਲਾਣਾ ਸ਼ਹਿਰ ਆਵੇਗਾ, ਫਿਰ ਫਲਾਣਾ ਸ਼ਹਿਰ ਆਵੇਗਾ। ਠੀਕ ਹੈ, ਉਹ ਤਾਂ ਆਉਣਗੇ ਰਸਤੇ ਵਿੱਚ। ਮਨਮਾੜ ਨੇ ਵੀ ਆਉਣਾ, ਔਰੰਗਾਬਾਦ ਵੀ ਆਉਣਾ, ਪਰ ਮੇਨ ਨਿਸ਼ਾਨਾ ਆਪਣਾ ਹਜੂਰ ਸਾਹਿਬ ਹੈ। ਇਸ ਤਾਂ ਉੱਥੇ ਜਾ ਕੇ ਉਤਰਨਾ। ਜੇ ਕੋਈ ਰਾਹ 'ਚ ਉਤਰ ਜੇ ਤੇ ਰੁਲਣਾ ਹੀ ਉਹਨੇ। ਉਹ ਰਸਤੇ 'ਚ ਜੇ ਉਤਰ ਗਿਆ ਔਰੰਗਾਬਾਦ, ਉਹ ਕਹਿੰਦੇ ਹਜੂਰ ਸਾਹਿਬ ਕਿੱਥੇ ਆ, ਉਹ ਕਹਿਣਗੇ ਤਾਂ ਭਾਈ ਅੱਗੇ। ਇਹ ਤਾਂ ਸਿਰਫ ਮਹਾਰਾਜ ਕਹਿੰਦੇ ਇੰਨੀਆਂ ਚੀਜ਼ਾਂ ਗਿਆਨ ਖੰਡੀ ਪੁਰਸ਼ਾਂ ਨੂੰ ਨਜ਼ਰ ਆਉਂਦੀਆਂ ਨੇ। ਇਹ ਤਾਂ ਛੋਟੇ ਛੋਟੇ ਸਟੇਸ਼ਨ ਨੇ ਆਪਣੇ, ਰਿੱਧੀਆਂ ਸਿੱਧੀਆਂ, ਇਹ ਦੇਵੀਆਂ ਦੇ ਵੇਸ, ਸਿੱਧ ਬੁੱਧ ਨਾਥ, ਇਹ ਤਾਂ ਸਿਰਫ ਰਸਤੇ ਵਿੱਚ ਦਿਖਣੇ ਹੀ ਦਿਖਣੇ ਨੇ। ਨਾ ਇਹਨਾਂ ਨਾਲ ਕੋਈ ਆਪਣੀ ਗੱਲ ਹੈ, ਨਾ ਖੜਨਾ ਇਹਨਾਂ ਕੋਲੇ। ਇਹ ਕਹਿਣਗੇ ਵੀ ਆ ਜਾ ਸਾਡੇ ਵੱਲ, ਆ ਜਾ ਸਾਡੇ ਵੱਲ, ਆ ਜਾ। ਕਹਿੰਦੇ ਨਹੀਂ ਮਹਾਰਾਜ, ਅਸੀਂ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ, ਅਸੀਂ ਤਾਂ ਗੁਰੂ ਨਾਨਕ ਸਾਹਿਬ ਕੋਲ ਹੀ ਜਾਣਾ, ਅਸੀਂ ਤਾਂ ਅਕਾਲ ਪੁਰਖ ਦੇ ਦਰਸ਼ਨ ਕਰਨੇ ਆ। ਤੇ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿੰਨੇ ਦੇਵੀਆਂ ਦੇ ਵੇਸ ਨੇ, ਕੋਈ ਅੰਤ ਨਹੀਂ ਹੈ। ਕੱਲ ਨੂੰ ਸਰਵਣ ਕਰਾਂਗੇ ਬਾਕੀ। ਵਾਹਿਗੁਰੂ ਵਾਹਿਗੁਰੂ ਜਪੀਏ, ਕਿਉਂਕਿ ਐਸਾ ਜਪਜੀ ਸਾਹਿਬ ਦਾ ਪਾਠ ਬ੍ਰਹਮ ਗਿਆਨ ਦਿੰਦਾ, ਔਰ ਅੰਤ ਤੱਕ ਆਪਾਂ ਨੂੰ ਬ੍ਰਹਮ ਗਿਆਨ ਤੱਕ ਲੈ ਵੀ ਜਾਣਾ ਮਹਾਰਾਜ ਨੇ। ਸੱਚਖੰਡ ਵਸੈ ਨਿਰੰਕਾਰ। ਪਰ ਇਹ ਤਾਂ ਹੁਣ ਪੜ੍ਹਨ ਦੇ ਨਾਲ ਬਣਦਾ, ਜਿੰਨਾ ਕੁਝ ਬਣਦਾ। ਜੇ ਤਾਂ ਜਿੰਨਾ ਕੁ ਟਾਈਮ ਲੱਗ ਜੇ, ਜਿੰਨਾ ਵੀ ਲੱਗ ਜੇ, ਸਫ਼ਰ ਕਰਦੇ ਹੋ ਬੱਸ ਵਿੱਚ, ਆਉਣ ਜਾਣ, ਡਿਊਟੀਆਂ ਤੇ ਆਉਣਾ ਜਾਣਾ, ਬੈਠਣਾ, ਵਿਹਲਾ ਇਕਾਂਤ ਸਮਾਂ ਲੱਗ ਜਾਣਾ, ਆਪਣੀ ਹਿੰਮਤ ਕਰਕੇ ਜਪਜੀ ਸਾਹਿਬ ਦੇ ਜਿੰਨੇ ਵੀ ਪਾਠ ਹੋ ਜਾਣ। ਜੇ ਆਹ ਕੁਝ ਦੇਖਣਾ ਨਾ, ਤੇ ਪੱਕੀ ਗੱਲ ਹੈ, ਜੇ ਤੁਸੀਂ ਆਖੋ ਵੀ ਐਵੇਂ ਹੀ ਕਰਦਾ, ਇਹ ਜੇ ਤੁਸੀਂ ਦੇਖਣਾ, ਸਭ ਤੋਂ ਪਹਿਲ ਦਊਂਗਾ 101 ਪਾਠ ਵਾਲੇ ਨੂੰ, ਉਦੋਂ ਥੱਲੇ 51 ਪਾਠ, ਫਿਰ ਨਹੀਂ ਕਰ ਸਕਦੇ ਫਿਰ 25 ਪਾਠ, ਫਿਰ ਜੇ ਬਿਲਕੁਲ ਹੀ ਡਾਊਨ ਜਾਣਾ ਫਿਰ 11 ਪਾਠ। ਉਹ ਕੁਛ ਤਾਂ ਕਰੋਗੇ। ਤਾਂ ਜੇ ਇੰਨਾ ਕੁਛ ਕਰੋਗੇ ਤਾਂ ਜ਼ਰੂਰ ਇੰਨੀ ਹੀ ਗਿਆਨ ਖੰਡੀਆਂ ਦੀ ਅਵਸਥਾ ਜਿਹੜੀ ਕਥਨ ਕੀਤੀ, ਇੰਨੀ ਹੀ ਅਵਸਥਾ ਆ ਜਾਣੀ ਹੈ। ਔਰ ਤੁਸੀਂ ਖੁਦ ਹੈਰਾਨ ਹੋਵੋਗੇ ਕਿ ਜਪਜੀ ਸਾਹਿਬ ਦਾ ਪਾਠ ਕੀਤਿਆਂ ਮੈਨੂੰ ਤਾਂ ਕੁਝ ਹੋਰ ਹੀ ਨਜ਼ਾਰੇ ਹੋ ਰਹੇ ਨੇ। ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਗੁਰੂ ਘਰ ਦੇ 'ਚ ਥਾਂ ਸ਼ਕਤੀਆਂ ਨੇ, ਪਰ ਸਤਿਗੁਰੂ ਕਹਿੰਦੇ ਨੇ ਜੇ ਮਿਹਨਤ ਕਰੋਗੇ ਤਾਂ ਕਿਰਪਾ ਹੋਣੀ ਹੈ।
जिन्नी नाम त्याया, जिन्नी नाम त्याया। गए मसक्कत काल, गए मसक्कत काल। नानक ते मुख उज्जले, नानक ते मुख उज्जले। केती छुट्टी नाल, केती छुट्टी नाल। वाहिगुरु 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 वाहिगुरु। कि धर्म खंड तो बाद ज्ञान खंड तक आपां नूं लै गए। हुण ज्ञान खंड दे विच सतगुरु महाराज ने आपां नूं दस्सिआ कि जे ज्ञान बंदे नूं जागृत अवस्था हो जावे, अंदर प्रकाश हो जावे, दिव्य दृष्टि खुल जावे। दिव्य दृष्टि ऐं खुलदी जिवें रात दे हनेरे विच, घुप हनेरे विच लाइटां गईयां होण ते मस्सिया दी रात होवे, कुछ नहीं दिखता, ना दरख्तां दा हरियावल दिखदी है, ना कोई बंदा दिखदा। हनेरे च जिवें आपां नूं कुछ नहीं दिखदा, इहनूं कहंदे अज्ञानता। जदों सूरज चढ़ जांदा सारे दिखण लग जांदे ने, मकान, दुकान, दफ्तर, मकान, फिर पंछी, फिर पशु, फिर दरख्त, आसमान नीले रंग दा। रात नूं तां आसमान भी काला ही दिखदा सी। तो इसे तरह जो सब कुछ नजर आउण लग जाता है तो इहनूं कहंदे भी प्रकाश हो गया। तो प्रकाश का अर्थ ही ज्ञान है। सो जिवें हुण सूरज का प्रकाश है तो आपां नूं सारे दिखदे ने, ब्रह्म ज्ञान विच जदों जीव ज्ञान खंड विच चलिया जांदा, इसे तरह ही अख खुल जाती है, उदों सारा कुछ दिखण लग जाता। वो आपां नूं महाराज ने कल दस ही दिता कि जिन्ने प्रकार की पौण है, पानी है, बैसंतर, ये सारा कुछ नजर आउण लग पैंदा। ज्ञान खंड है यह। ज्ञान खंड दे विच बहुत कुछ नजर आउंदा। किन्ने बंदे कैसा कर्म करते हैं, की देवते किहड़ा किहड़ा कर्म करते हैं। केते देव दानव मुन केते, किन्ने क देवते ने। है तो ये सारे संकल्प मात्र ही ने। जिन्नियां चीज़ां आपां कथन करते हैं ना, ये सारियां संकल्प मात्र ने। सिर्फ ब्रह्मा दे संकल्प नाल ही बने हुए ने देवते। ये भी एक इसे विच ही अवस्था आउंदी, ज्ञान खंड दे विच ही। ज्ञान खंड विच एक ऐसी अवस्था आ जाती है, दोबारा फिर देख लें। ज्ञान खंड का आखो कर्म, ज्ञान खंड का कहते कर्म आखो, धर्म खंड का धर्म तक कहता। महाराज कहते जदों अवस्था ज्ञान खंड विच चली जाती है, ऐसी अवस्था बन जाती जिहड़े केते पवन पानी वैसंतर केते कान महेश, ये मनोकल्पित रूप होण लग जाते हैं। ये पवन की जगह ते पानी की जगह ते वैसंतर की जगह ते कान महेश की जगह ते एक बिरती तब्दील होकर इउं हो जाती कि पवन तू ही, पानी तू ही, वैसंतर तू ही, कान भी तू ही, महेश भी तू ही। ये ज्ञान खंड की अवस्था है अंतरी भाव दे विच। पहला अर्थ तो पहले ही ढंग दा सी अपना सधारण व्यक्ति लई, पर जदों दूसरी ज्ञान खंड की सचमुच की अवस्था खुलती है, केते बरमे घाड़त घड़ी है रूप रंग के वेश,
ਉਹ ਕਿੰਨੇ ਬ੍ਰਹਮੇ ਜਿਹੜੇ ਜੱਗ ਨੂੰ ਘੜਨ ਲੱਗੇ ਹੋਏ ਨੇ, ਕਈ ਪ੍ਰਕਾਰ ਦੇ ਰੂਪ ਨੇ, ਰੰਗ ਨੇ, ਵੇਸ ਨੇ। ਉੱਥੇ ਕਹਿੰਦੇ ਨੇ ਬ੍ਰਹਮਾ ਵੀ ਤੂੰ ਹੀ ਹੈ। ਇਹ ਤਾਂ ਸਾਨੂੰ ਐਵੇਂ ਭੁਲੇਖਾ ਪਾਇਆ ਹੋਇਆ ਕਿ ਬ੍ਰਹਮਾ ਹੈ, ਇੱਕ ਵਿਸ਼ਨੂੰ ਹੈ। ਕਹਿੰਦੇ ਇਹ ਕਿੱਥੋਂ ਆ ਗਏ ਬ੍ਰਹਮੇ ਵਿਸ਼ਨੂੰ ਮਹੇਸ਼ ਹੋਣੀ? ਤੁਸੀਂ ਆਪ ਹੀ ਉਹ ਰੂਪ ਧਾਰਨ ਕਰਕੇ, ਆਪ ਹੀ ਉਹਦੇ ਵਿੱਚ ਆਪਣੀ ਜੋਤ ਰੱਖ ਕੇ, ਉਹ ਤੋਂ ਕੰਮ ਕਰਵਾ ਕੇ ਸਾਨੂੰ ਕਹਿੰਦੇ ਹੋ ਬ੍ਰਹਮਾ ਸ੍ਰਿਸ਼ਟੀ ਘੜਦਾ। ਤੁਸੀਂ ਜਰਾ ਬ੍ਰਹਮਾ 'ਚੋਂ ਆਪਣੀ ਜੋਤ ਕੱਢ ਲਓ ਤਾਂ ਫਿਰ ਦੇਖਦੇ ਹਾਂ ਬ੍ਰਹਮਾ ਸ੍ਰਿਸ਼ਟੀ ਘੜਦਾ ਕਿਵੇਂ ਹੈ। ਫਿਰ ਤਾਂ ਨਹੀਂ ਘੜ ਸਕਦਾ। ਇਹ ਹੁਣ ਉਹ ਬਹੁਤ ਗਿਆਨ ਖੰਡ ਦੀ ਅਵਸਥਾ 'ਚ ਆ ਗਏ ਆਪਾਂ ਵੀ ਅਸਲ ਵਿੱਚ ਬ੍ਰਹਮਾ ਵੀ ਤੂੰ ਆਪ ਹੀ ਬਣਿਆ ਹੋਇਆ। ਇਹ ਤਾਂ ਐਵੇਂ ਮਨੋਕਲਪਿਤ ਬ੍ਰਹਮਾ ਹੈ। ਇਹ ਤਾਂ ਐਵੇਂ ਰੂਪ ਰੰਗ ਵੇਸ ਸਾਰੇ ਮਨੋਕਲਪਿਤ ਹੀ ਹਨ। ਸਰਬੀ ਰੰਗੀ ਰੂਪੀ ਤੂੰ ਹੈ ਮੇਰੇ ਪਿਆਰੇ। ਉਹ ਸਾਰਿਆਂ ਰੰਗਾਂ ਵਿੱਚ, ਰੂਪਾਂ ਵਿੱਚ, ਰਸਾਂ ਵਿੱਚ ਤੂੰ ਆਪ ਹੀ ਬੈਠਾ। ਇਉਂ ਗਿਆਨ ਖੰਡ ਵਾਲਿਆਂ ਦੀ ਅਵਸਥਾ ਪ੍ਰਗਟ ਹੋ ਜਾਂਦੀ ਹੈ। ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਤੂੰ ਉਪਦੇਸ਼। ਕਰਮ ਭੂਮੀ ਵੀ ਤੂੰ ਆਪ ਹੀ ਹੈ, ਸੁਮੇਰ ਪਰਬਤ ਰੂਪ ਵੀ ਤੂੰ ਆਪ ਹੀ ਹੈ, ਤੇ ਧਰੂ ਭਗਤ ਵੀ ਆਪ ਹੀ ਹੈ, ਉਪਦੇਸ਼ ਦੇਣ ਵਾਲਾ ਵੀ ਆਪ ਹੀ ਹੈ। ਸਾਰਾ ਕੁਝ ਆਪ ਹੀ ਬਣਿਆ ਹੋਇਆ।